हेलो एवरीवन वेलकम टू विक्टर्स नॉलेज दिस इज शीनू शर्मा सो ਅੱਜ ਮੈਂ ਤੁਹਾਡੇ ਨਾਲ ਜਿਹੜੇ ਦੋ ਇੰਪੋਰਟੈਂਟ ਮੇਰੇ ਕੋਰਸਿਸ ਚੱਲ ਰਹੇ ਨੇ PSSB ਦੇ ਐਕਸਾਈਜ਼ ਦਾ ਹੈ ਇੱਕ ਕਲਰਕ ਵੀਡੀਓ ਦਾ ਕੰਬਾਈਨਡ ਕੋਰਸ ਹੈ ਉਹਦੇ ਵਿੱਚ ਜਿਹੜਾ ਜੀਓਗ੍ਰਾਫੀ ਦਾ ਪੋਰਸ਼ਨ ਹੈ ਉਹਦਾ ਇੱਕ ਡੈਮੋ ਲੈਕਚਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਸੋ ਅੱਜ ਦੇ ਇਸ ਡੈਮੋ ਲੈਕਚਰ ਦੇ ਵਿੱਚ ਮੈਂ ਜੋ ਮੇਰਾ origignal ਪੇਡ ਕੋਰਸ ਦਾ ਲੈਕਚਰ ਹੈ ਉਹਦੇ ਵਿੱਚੋਂ ਕੁਝ ਸਲਾਈਡਸ ਸ਼ੇਅਰ ਕਰ ਰਹੀ ਹਾਂ ਸੋ ਦੈਟ ਤੁਹਾਨੂੰ ਇੱਕ ਆਈਡੀਆ ਹੋ ਜਾਵੇ ਕਿ ਆਪਾਂ ਜਿਹੜਾ ਕੋਰਸ ਹੈ ਉਹਦੇ ਵਿੱਚ ਸਬਜੈਕਟਸ ਨੂੰ ਕਿਵੇਂ ਪ੍ਰਿਪੇਅਰ ਕਰ ਰਹੇ ਹਾਂ ਸੋ ਅੱਜ ਦੇ ਇਸ ਲੈਕਚਰ ਅੰਦਰ I'll be sharing few slides from location, physiography and demography of India. So before moving towards our today's lecture, I would like to share important details of these two courses. So एक है Excise Taxation Inspector ਦਾ ਦੂਜਾ ਹੈ Clerk ਤੇ ਗ੍ਰਾਮ ਸੇਵਕ ਦਾ combined course ਜਿਹੜਾ Excise Taxation Inspector ਦਾ ਕੋਰਸ ਆ ਇਹਦੇ ਵਿੱਚ ਤੁਹਾਨੂੰ ਇਹ ਜੋ ਵੀ ਸਬਜੈਕਟਸ ਮੈਂਸ਼ਨ ਨੇ ਸਾਰੇ ਸਬਜੈਕਟਸ ਉੱਤੇ ਇਨਕਲੂਡਿੰਗ MCQ ਸੈਸ਼ਨ then detailed current affair session MCQ current ਨਾਲ ਹੀ ਤੁਹਾਨੂੰ ਵੀਡੀਓ ਲੈਕਚਰ ਕੰਪਲੀਟ ਨੋਟਸ ਪੂਰੇ ਸਿਲੇਬਸ ਉੱਤੇ ਇਨਕਲੂਡਿੰਗ ਰੀਜ਼ਨਿੰਗ ਕੁਆਂਟ ਹਰ ਟੌਪਿਕ ਦੇ ਉੱਤੇ ਤੁਹਾਨੂੰ ਨੋਟਸ ਮਿਲ ਰਹੇ ਨੇ ਕਨਸੈਪਟਸ ਦੇ ਨੋਟਸ ਨੇ ਆਲਸੋ ਮੌਕ ਟੈਸਟ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਣਗੇ ਜਦੋਂ ਇੱਕ ਵਾਰੀ ਐਗਜ਼ਾਮ ਦੀ ਡੇਟ ਅਨਾਉਂਸਡ ਹੋ ਜੂਗੀ 15 to 20 days before that ਫ੍ਰੀ ਮੌਕ ਟੈਸਟ ਤੁਹਾਨੂੰ ਇਸੇ ਕੋਰਸ ਦੇ ਅੰਦਰ ਮਿਲਣਗੇ complete price is rupees 3500 ਇੱਕ ਹੋਰ ਇੰਪੋਰਟੈਂਟ ਚੀਜ਼ ਬਾਈ ਚਾਂਸ ਜੇ ਸਿਲੇਬਸ ਦੇ ਵਿੱਚ ਕੁਝ ਇੱਕ ਅੱਧਾ ਟੌਪਿਕ ਨਵਾਂ ਐਡ ਹੁੰਦਾ ਹੈ ਟੈਕਸੇਸ਼ਨ ਦੇ ਪਾਰਟ ਦੇ ਵਿੱਚ ਤਾਂ ਤੁਹਾਨੂੰ ਮੈਂ ਉਹ ਅਪਡੇਟਡ ਸਿਲੇਬਸ ਵੀ ਜ਼ਰੂਰ ਪ੍ਰੋਵਾਈਡ ਕਰਵਾਉਂਗੀ ਉਹਦੇ ਵੀਡੀਓ ਲੈਕਚਰਸ ਮਿਲਣਗੇ ਨੋਟਸ ਮਿਲਣਗੇ ਆਲਸੋ ਜਿਹੜਾ PSSB ਕਲਰਕ ਤੇ ਗ੍ਰਾਮ ਸੇਵਕ ਦਾ ਕੋਰਸ ਹੈ ਇਹਦੇ ਵਿੱਚ ਤੁਹਾਨੂੰ ਵੀਡੀਓ ਲੈਕਚਰ ਮਿਲ ਰਹੇ ਨੇ ਤੇ ਨਾਲ ਲੈਕਚਰ ਦੀਆਂ PDFs ਦੋਨੋਂ ਕੋਰਸਿਸ ਦੇ ਲਈ ਅਲੱਗ-ਅਲੱਗ ਟੈਲੀਗ੍ਰਾਮ ਉੱਤੇ ਪੇਡ ਗਰੁੱਪ ਪ੍ਰੋਪਰ ਬਣਾਏ ਹੋਏ ਨੇ ਜਿਨ੍ਹਾਂ ਉੱਤੇ ਮੈਂ ਡੇਲੀ ਬੇਸਿਸ ਉੱਤੇ ਹੋਰ ਕਾਫੀ ਸਾਰੀਆਂ ਤੁਹਾਡੀ ਪ੍ਰੈਕਟਿਸ ਦੇ ਲਈ ਐਕਸਰਸਾਈਜ਼ਸ ਸ਼ੇਅਰ ਕਰਦੀ ਹਾਂ ਜਿਵੇਂ ਐਂਸ਼ੀਐਂਟ ਹਿਸਟਰੀ ਹੋ ਗਈ ਮਿਡੀਵਲ ਹਿਸਟਰੀ ਉਹਦੇ 500 MCQ ਫॉर ਈਚ ਟੋਟਲ 1000 MCQ ਮੈਂ ਸ਼ੇਅਰ ਕੀਤੇ ਨੇ ਗਰੁੱਪ ਦੇ ਵਿੱਚ ਸੋ ਇਸ ਤਰੀਕੇ ਨਾਲ ਤੁਹਾਨੂੰ ਇਹ ਕੋਰਸਿਸ ਦੇ ਨਾਲ ਕਾਫੀ ਫ੍ਰੀ ਕੰਪਲੀਮੈਂਟਰੀ ਚੀਜ਼ਾਂ ਵੀ ਮਿਲ ਰਹੀਆਂ ਨੇ ਸੋ ਦ ਪ੍ਰਾਈਸ ਇਜ਼ rupees 3500 ਫॉर ਐਕਸਾਈਜ਼ ਕੋਰਸ ਐਂਡ 1500 ਫॉर ਦਿਸ ਕੋਰਸ and if you buy this course for rupees 3500 ਤਾਂ ਇਹਦੇ ਨਾਲ ਤੁਹਾਨੂੰ ਆਉਣ ਵਾਲੇ ਫਿਊਚਰ ਦੇ ਸਾਰੇ ਕੋਰਸਿਸ 100% ਫ੍ਰੀ ਮਿਲ ਰਹੇ ਨੇ ਤੇ ਐਕਸਾਈਜ਼ ਟੈਕਸੇਸ਼ਨ ਕੋਰਸ ਬਾਏ ਕਰਨ ਦੇ ਨਾਲ ਜਿਹੜਾ ਇੱਕ ਗ੍ਰਾਮ ਸੇਵਕ ਕਲਰਕ ਵਾਲਾ ਕੋਰਸ ਹੈ ਇਹ ਵੀ ਤੁਹਾਨੂੰ ਨਾਲ ਫ੍ਰੀ ਮਿਲੂਗਾ ਸੋ ਸਟਾਰਟਿੰਗ ਵਿਦ ਲੋਕੇਸ਼ਨ ਜਦੋਂ ਆਪਾਂ ਨੇ ਪੰਜਾਬ ਜੀਕੇ ਦੇ ਅੰਦਰ ਪੰਜਾਬ ਦੀ ਲੋਕੇਸ਼ਨ ਕੀਤੀ ਸੀ ਜੀਓਗ੍ਰਾਫੀ ਦੇਖੀ ਸੀ ਉਦੋਂ ਵੀ ਆਪਾਂ ਨੇ ਇਹੀ ਸਭ ਤੋਂ ਪਹਿਲਾਂ ਚੀਜ਼ ਦੇਖੀ ਸੀ ਕਿ ਕਿੰਨੀ ਨਾਰਥ ਕਿੰਨੀ ਸਾਊਥ ਕਿੱਥੇ ਲੋਕੇਟਡ ਹੈ ਪੰਜਾਬ ਹੁਣ ਆਪਾਂ ਅੱਜ ਗੱਲ ਕਰਾਂਗੇ ਭਾਰਤ ਦੀ ਧਰਤੀ ਦੇ ਅਕੋਰਡਿੰਗ ਗਲੋਬ ਦੇ ਅਕੋਰਡਿੰਗ ਇੰਡੀਆ ਕਿੱਥੇ ਸਿਚੁਏਟਡ ਹੈ ਇੰਡੀਆ ਪਹਿਲੀ ਚੀਜ਼ ਤਾਂ ਤੁਸੀਂ ਯਾਦ ਰੱਖਣਾ ਪੂਰਾ ਦਾ ਪੂਰਾ ਭਾਰਤ ਦੇਸ਼ ਏਸ਼ੀਆ ਕੰਟੀਨੈਂਟ ਵਿੱਚ ਆਉਂਦਾ ਨਾਰਥ ਹੈਮਿਸਫੇਅਰ ਧਰਤੀ ਦਾ ਜਿਹੜਾ ਨਾਰਥ ਹੈਮਿਸਫੇਅਰ ਵਾਲਾ ਕੋਨਾ ਹੈ ਏਰੀਆ ਉੱਥੇ ਲੋਕੇਟਡ ਹੈ ਇੰਡੀਆ ਪੂਰੀ ਦੁਨੀਆ ਦੀ ਜੇ ਗੱਲ ਕਰੀਏ ਤਾਂ ਭਾਰਤ 7ਵੇਂ ਨੰਬਰ ਤੇ ਸਭ ਤੋਂ ਵੱਡਾ ਦੇਸ਼ ਹੈ ਏਰੀਆ ਵਾਈਜ਼ ਇਸ ਤੋਂ ਪਹਿਲਾਂ 6 ਹੋਰ ਦੇਸ਼ ਨੇ 7ਵੇਂ ਨੰਬਰ ਤੇ ਭਾਰਤ ਹੈ ਜਿਹੜਾ ਲਾਰਜੈਸਟ ਹੈ ਇਫ ਵੀ ਟਾਕ ਅਬਾਊਟ ਪਰਸੈਂਟੇਜ ਭਾਰਤ ਦਾ ਜਿਹੜਾ ਇਹ ਪੂਰਾ ਏਰੀਆ ਹੈ ਪੂਰਾ ਮੇਨਲੈਂਡ ਹੈ ਇਹਨੇ ਧਰਤੀ ਦਾ ਕਿੰਨਾ ਪਰਸੈਂਟ ਹਿੱਸਾ ਰੋਕਿਆ ਹੋਇਆ ਹੈ ਸੋ ਇਹ ਹੈ 2.4%. This is very important for exam. So ਇੱਕ ਵਾਰੀ ਆਪਾਂ ਪੜ੍ਹ ਲੈਂਦੇ ਹਾਂ ਲੋਕੇਸ਼ਨ entirely located in the northern hemisphere in Asia continent. India is 7th largest country in world with 2.4% area of world. ਹੁਣ ਨੈਕਸਟ ਆਪਾਂ ਦੇਖਾਂਗੇ ਲੈਟੀਟਿਊਡ ਤੇ ਲੌਂਗੀਟਿਊਡ ਜਿਹੜੀ ਲੈਟੀਟਿਊਡ ਡਾਇਰੈਕਸ਼ਨ ਹੈ ਇਹ ਆਪਾਂ ਦੇਖਦੇ ਹਾਂ ਕਿ ਇਕੁਏਟਰ ਕੀ ਹੁੰਦਾ ਜਿਹੜਾ ਧਰਤੀ ਨੂੰ ਦੋ ਬਰਾਬਰ ਦੇ ਹਿੱਸਿਆਂ 'ਚ ਇੱਕ ਲਾਈਨ ਡਰਾ ਕੀਤੀ ਹੁੰਦੀ ਹੈ ਇਹ ਵੈਸੇ ਜਿਓਗ੍ਰਾਫਿਕ ਜਿਹੜੇ ਐਕਸਪਰਟਸ ਨੇ ਉਹਨਾਂ ਨੇ ਚੀਜ਼ਾਂ ਨੂੰ ਆਸਾਨ ਕਰਨ ਦੇ ਲਈ ਈਜ਼ੀਲੀ ਇਹ ਸਾਰੀਆਂ ਚੀਜ਼ਾਂ ਦੀ ਸਟੱਡੀ ਦੇ ਲਈ ਜਿਓਗ੍ਰਾਫੀ ਦੇ ਲਈ ਇੱਕ ਇਮੈਜਿਨਰੀ ਲਾਈਨ ਡਰਾ ਕੀਤੀ ਹੋਈ ਹੈ ਸੋ ਉਹਦਾ ਨਾਮ ਹੈ ਇਕੁਏਟਰ ਤੋਂ ਨਾਰਥ ਸਾਊਥ ਡਾਇਰੈਕਸ਼ਨ ਦੇ ਵਿੱਚ ਇਸ ਤਰੀਕੇ ਨਾਲ ਸਟ੍ਰੇਟ ਡਾਇਰੈਕਸ਼ਨ ਦੇ ਵਿੱਚ ਇੰਡੀਆ ਕਿੱਥੇ ਤੱਕ ਫੈਲਿਆ ਹੋਇਆ ਉਹਦੀ ਇਹ ਲੋਕੇਸ਼ਨ ਹੈ ਸੋ ਉਹਨੂੰ ਆਪਾਂ ਲੈਟੀਟਿਊਡ ਕਹਿੰਦੇ ਆ ਜਦੋਂ ਆਪਾਂ ਇਕੁਏਟਰ ਦੇ ਹਿਸਾਬ ਨਾਲ ਦੇਖਦੇ ਆ ਸੋ ਲੈਟੀਟਿਊਡ ਇਜ਼ 8 degree 4 north 37 degree 6 north ਨੈਕਸਟ ਲੌਂਗੀਟਿਊਡ ਜਿਹੜੀ ਪ੍ਰਾਈਮ ਮੈਰੀਡੀਅਨ ਵਾਲੀ ਲਾਈਨ ਹੈ ਉਹਦੇ ਤੋਂ ਆਪਾਂ ਜਦੋਂ ਈਸਟ ਵੈਸਟ ਇਹ ਡਾਇਰੈਕਸ਼ਨਸ ਦੇਖਣਾ ਵੀ ਭਾਰਤ ਕਿੱਥੇ ਖੜਾ ਸੋ ਉੱਥੇ ਆਪਾਂ ਲੌਂਗੀਟਿਊਡ ਦੇਖਾਂਗੇ 68 degree 7 east ਤੇ 97 degree 25 east ਇਹ ਦੋ ਇੰਪੋਰਟੈਂਟ ਤੁਸੀਂ ਯਾਦ ਰੱਖਣੇ ਆ ਸੋ ਉਰੋਂ ਤੁਹਾਨੂੰ ਇੱਕ ਹੋਰ ਚੀਜ਼ ਕਲੀਅਰ ਹੋ ਗਈ ਹੋਊਗੀ ਕਿ ਇੰਡੀਆ ਪੂਰੀ ਅਰਥ ਦੇ ਵਿੱਚ ਕਿਸ ਡਾਇਰੈਕਸ਼ਨ 'ਚ ਲੋਕੇਟਡ ਹੈ
ਸੋ ਉਹ ਹੈ ਨਾਰਥ ਈਸਟ ਡਾਇਰੈਕਸ਼ਨ। ਨੈਕਸਟ ਜੇ ਆਪਾਂ ਮੇਨਲੈਂਡ ਦੀ ਗੱਲ ਕਰੀਏ ਤਾਂ ਇਹ ਜਿਹੜੇ ਲੈਟੀਟਿਊਡ ਲੌਂਗੀਟਿਊਡ ਇਹ ਕਿੱਥੇ ਤੱਕ ਫੈਲਿਆ ਹੋਇਆ, ਇਹ ਪੂਰਾ ਭਾਰਤ ਦਾ ਏਰੀਆ 30 ਡਿਗਰੀ ਤੇ ਹੈ। ਇਹ ਵੀ ਚੀਜ਼ ਤੁਸੀਂ ਯਾਦ ਰੱਖੋ। ਨੈਕਸਟ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਭਾਰਤ ਦੀ ਬਾਉਂਡਰੀ ਕਿੱਥੇ ਤੱਕ ਫੈਲੀ ਹੋਈ ਹੈ। ਜਿਹੜੀ ਪੂਰਾ ਇੰਡੀਆ ਹੈ ਇਹਦੇ ਕਿੱਥੇ ਕਿੱਥੇ ਤੱਕ ਬਾਉਂਡਰੀ ਹੈ, ਕਿੰਨੀ ਟੋਟਲ ਲੈਂਡ ਬਾਉਂਡਰੀ ਹੈ। ਜਿਹੜੀ ਧਰਤੀ ਹੈ ਪੂਰੀ ਇੰਡੀਆ ਦੀ, ਜਿਹੜੀ ਉਰੇ ਆਪਾਂ ਗੱਲ ਕਰ ਰਹੇ ਹਾਂ ਲੈਂਡ ਦੀ, ਉਹਦੀ ਬਾਉਂਡਰੀ ਹੈ ਟੋਟਲ 15,200 ਕਿਲੋਮੀਟਰ। ਸੋ ਜਿਹੜਾ ਆਊਟਰ ਪਾਰਟ ਹੈ ਭਾਰਤ ਕਿੱਥੇ ਤੱਕ ਫੈਲਿਆ ਹੋਇਆ ਹੈ, ਇਹਦੀ ਜਿਹੜੀ ਇੱਕ ਚੀਜ਼ ਡਿਮਾਰਕੇਟ ਕਰਦੀ ਹੈ, ਇੱਕ ਇਹੋ ਜਿਹੀ ਬਾਉਂਡਰੀ ਜਿਹੜੀ ਨੂੰ ਬਾਕੀ ਦੇਸ਼ਾਂ ਨਾਲ ਵੱਖ ਕਰਦੀ ਹੈ। ਸੋ ਉਹ ਜਿਹੜੀ ਪੂਰੀ ਬਾਉਂਡਰੀ ਹੈ ਭਾਰਤ ਦੇ ਪੂਰੇ ਭਾਰਤ ਨੂੰ ਕਵਰ ਕਰਦੀ ਆਲੇ ਦੁਆਲੇ, ਉਹਦੀ ਟੋਟਲ ਇੰਨੇ ਕਿਲੋਮੀਟਰ ਲੈਂਥ ਹੈ। ਇਹ ਤੁਸੀਂ ਚੀਜ਼ ਯਾਦ ਰੱਖਣੀ ਹੈ। ਹੁਣ ਇੰਪੋਰਟੈਂਟ ਚੀਜ਼, ਇੰਡੀਆ ਸਭ ਤੋਂ ਨਾਰਥ ਵਾਲਾ ਕੋਨਾ ਕਿੱਥੇ ਹੈ, ਸਾਊਥ ਕਿੱਥੇ ਹੈ, ਈਸਟ ਤੇ ਵੈਸਟ। ਜੇ ਆਪਾਂ ਨਾਰਥ ਦੀ ਗੱਲ ਕਰੀਏ ਤਾਂ ਭਾਰਤ ਦਾ ਨਾਰਥ ਵਾਲਾ ਹਿੱਸਾ ਖਤਮ ਹੁੰਦਾ ਹੈ, ਨਰਦਰਨ ਮੋਸਟ ਪੁਆਇੰਟ ਹੈ ਇੰਦਰਾ ਕਰਨਲ ਲਦਾਖ ਯੂਟੀ ਵਿੱਚ ਇਹ ਪ੍ਰੈਜ਼ੈਂਟ ਹੈ। ਜੇ ਆਪਾਂ ਸਭ ਤੋਂ ਨੀਚੇ ਵਾਲਾ ਹਿੱਸੇ ਦੀ ਗੱਲ ਕਰੀਏ ਕਿ ਇੰਡੀਆ ਕਿੱਥੇ ਖਤਮ ਹੁੰਦਾ ਹੈ ਸਾਊਥ ਡਾਇਰੈਕਸ਼ਨ ਦੇ ਵਿੱਚ, ਤਾਂ ਉੱਥੇ ਪੁਆਇੰਟ ਹੈ ਪਿਗਮੇਲੀਅਨ ਪੁਆਇੰਟ ਹੈ ਜਿਹਨੂੰ ਇੰਦਰਾ ਪੁਆਇੰਟ ਕਹਿੰਦੇ ਆ। ਇਟ ਇਜ਼ ਲੋਕੇਟਡ ਐਟ 6 ਡਿਗਰੀ 45 ਨਾਰਥ ਲੈਟੀਟਿਊਡ। ਦੈਨ ਉਰੇ ਈਸਟ ਵਾਲਾ ਹਿੱਸਾ ਇਹ ਭਾਰਤ ਦਾ ਖਤਮ ਹੁੰਦਾ ਹੈ ਕਿਬੀਥੂ ਅਰੁਣਾਚਲ ਪ੍ਰਦੇਸ਼। ਵੈਸਟ ਵਾਲਾ ਹਿੱਸਾ ਖਤਮ ਹੁੰਦਾ ਹੈ ਗੁਜਰਾਤ ਗੌਡਮੋਤੀ। ਇਹ ਇੰਪੋਰਟੈਂਟ ਤੁਸੀਂ ਯਾਦ ਰੱਖਣੇ ਨੇ ਸਾਰੇ, ਨਰਦਰਨ ਮੋਸਟ ਪੁਆਇੰਟ, ਈਸਟਰਨ ਮੋਸਟ ਪੁਆਇੰਟ। ਆਲਸੋ ਲੈਂਡ ਬਾਉਂਡਰੀ ਟੋਟਲ ਕਿੰਨੀ ਹੈ, 15,200 ਕਿਲੋਮੀਟਰ। ਨਾਓ ਮੂਵਿੰਗ ਫਰਦਰ, ਕੋਸਟ ਲਾਈਨ ਕਿੰਨੀ ਹੈ? ਕੋਸਟ ਲਾਈਨ ਹੈ ਇਨਕਲੂਡਿੰਗ ਅੰਡੇਮਾਨ ਨਿਕੋਬਾਰ ਤੇ ਲਕਸ਼ਦੀਪ 7,516.6 ਕਿਲੋਮੀਟਰ। ਨੈਕਸਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਟਾਈਮ ਜ਼ੋਨ। ਭਾਰਤ ਦਾ ਜਿਹੜਾ ਟਾਈਮ ਜ਼ੋਨ ਹੈ ਉਹਨੂੰ ਡਿਸਾਈਡ ਕਰਨ ਦੇ ਲਈ ਇੱਕ ਸਟੈਂਡਰਡ ਟਾਈਮ ਭਾਰਤ ਨੇ ਡਿਕਲੇਅਰ ਕਰਤਾ 82 ਡਿਗਰੀ 30 ਈਸਟ ਹੈ ਜਿਹੜੀ, ਇਹਨੂੰ ਸਟੈਂਡਰਡ ਮੈਰੀਡੀਅਨ ਮੰਨਿਆ ਜਾਂਦਾ। ਇਹ ਮਿਰਜ਼ਾਪੁਰ ਯੂਪੀ ਦੇ ਵਿੱਚੋਂ ਨਿਕਲਦੀ ਹੈ। ਸੋ ਇਹਦੇ ਅਕੋਰਡਿੰਗ ਆਪਾਂ ਬਾਕੀ ਦੇਸ਼ਾਂ ਦੇ ਕੰਪੈਰੀਟਿਵਲੀ ਜੋ ਆਪਣਾ ਟਾਈਮ ਪੀਰੀਅਡ ਰਹੂਗਾ, ਕਿੰਨਾ ਅੱਗੇ ਰਹੂ ਕਿੰਨਾ ਪਿੱਛੇ ਰਹੂਗਾ, ਉਹ ਸਾਰੀ ਚੀਜ਼ ਨੂੰ ਡਿਸਾਈਡ ਕੀਤਾ ਹੋਇਆ। ਤੇ ਜਿਹੜੀ ਮੈਰੀਡੀਅਨ ਹੈ ਇਹ ਵੀ ਬਹੁਤ ਵਾਰੀ ਪੇਪਰ ਚ ਆਉਂਦਾ ਕਿ ਕਿਹੜੀਆਂ ਕਿਹੜੀਆਂ ਸਟੇਟਸ ਚੋਂ ਨਿਕਲਦੀ ਹੈ। ਸੋ ਯੂਪੀ, ਐਮਪੀ, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼ 5 ਸਟੇਟਸ। ਗੁਜਰਾਤ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਦੀ ਜੇ ਆਪਾਂ ਗੱਲ ਕਰੀਏ ਤਾਂ ਟੋਟਲ 2 ਘੰਟੇ ਦਾ ਡਿਫਰੈਂਸ ਹੈ। ਜਿੰਨਾ ਸਮਾਂ ਗੁਜਰਾਤ 'ਚ ਹੋਇਆ ਉਹ ਜੇ ਆਪਾਂ ਅਰੁਣਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ 2 ਆਵਰਸ ਦਾ ਤੁਹਾਨੂੰ ਉੱਥੇ ਡਿਫਰੈਂਸ ਦੇਖਣ ਨੂੰ ਮਿਲੂਗਾ। ਨੈਕਸਟ ਇਜ਼ ਟ੍ਰੋਪਿਕ ਆਫ ਕੈਂਸਰ। ਇਹ ਚੀਜ਼ਾਂ ਤੁਸੀਂ ਐਜ਼ ਇਟ ਇਜ਼ ਯਾਦ ਕਰਨੀਆਂ ਨੇ ਕਿ ਟ੍ਰੋਪਿਕ ਆਫ ਕੈਂਸਰ ਜਿਹੜੀ ਲਾਈਨ ਹੈ ਉਹ ਕਿਹੜੀ ਕਿਹੜੀ ਸਟੇਟਸ ਚੋਂ ਨਿਕਲਦੀ ਹੈ। ਸੋ ਟੋਟਲ 8 ਸਟੇਟਸ ਨੇ ਭਾਰਤ ਦੀਆਂ। ਇਹ ਸਾਰੇ ਸਟੇਟਸ ਤੁਸੀਂ ਨਾਮ ਪੜ੍ਹ ਸਕਦੇ ਹੋ। ਇੱਕ ਹੋਰ ਹੁਣ ਉਰੇ ਪੇਪਰ ਲਈ ਇੰਪੋਰਟੈਂਟ ਚੀਜ਼ ਹੈ ਜਿਹਨੂੰ ਸਟੂਡੈਂਟ ਮਿਸ ਕਰ ਦਿੰਦੇ ਨੇ, ਸਟੇਟ ਦੇ ਵਿੱਚੋਂ ਕਿਹੜੀ ਜਗ੍ਹਾ ਚ ਨਿਕਲ ਰਹੀ ਹੈ। ਸਿਟੀ ਦਾ ਨਾਮ ਬਹੁਤ ਇੰਪੋਰਟੈਂਟ ਹੈ ਪੇਪਰ ਲਈ, ਕਈ ਵਾਰੀ ਡਾਇਰੈਕਟਲੀ ਸਟੇਟ ਨਹੀਂ ਪੁੱਛੀ ਜਾਂਦੀ, ਸਿਟੀਜ਼ ਆ ਜਾਂਦੀਆਂ ਨੇ। ਸੋ ਉਹ ਵੀ ਤੁਸੀਂ ਯਾਦ ਰੱਖਣਾ ਹੈ ਤੇ ਮੈਂ ਸੁਜੈਸਟ ਕਰੂੰਗੀ ਕਿ ਇਸੇ ਤਰ੍ਹਾਂ ਲਾਈਨ ਵਾਈਜ਼ ਯਾਦ ਰੱਖੋ, ਤੁਹਾਡੇ ਲਈ ਈਜ਼ੀ ਰਹੂਗਾ। ਨੈਕਸਟ ਗੱਲ ਆਉਂਦੀ ਹੈ ਕੋਸਟ ਲਾਈਨ ਦੀ। ਇੰਡੀਆ ਦੇ 3 ਪਾਸਿਓਂ ਕੋਸਟਲ ਪਲੇਨਸ ਨੇ, ਵੈਸਟ ਹੋ ਗਿਆ, ਈਸਟ ਵਾਲਾ ਹਿੱਸਾ ਹੋ ਗਿਆ, ਤੇ 2 ਤਰ੍ਹਾਂ ਦੇ ਕੋਸਟਲ ਪਲੇਨਸ ਨੂੰ ਵੰਡਿਆ ਗਿਆ ਭਾਰਤ ਦੇ, ਇੱਕ ਹੈਗੇ ਨੇ ਈਸਟਰਨ, ਦੂਜੇ ਹੈਗੇ ਨੇ ਵੈਸਟਰਨ। ਸਭ ਤੋਂ ਪਹਿਲਾਂ ਆਪਾਂ ਅਲੱਗ-ਅਲੱਗ ਦੇਖੀਏ, ਤੁਸੀਂ ਇਹ ਯਾਦ ਰੱਖ ਲਓ ਕਿ ਕੋਸਟਲ ਵਰਡ ਦਾ ਮੀਨਿੰਗ ਕੀ ਹੈ। ਜਿਹੜੀ ਕੋਸਟ ਲਾਈਨ ਹੈ ਉਹਨੂੰ ਪੰਜਾਬੀ ਚ ਕਿਹਾ ਜਾਂਦਾ ਹੈ ਤੱਟ ਰੇਖਾ। ਸੋ ਕੋਸਟਲ ਉਹ ਜਗ੍ਹਾ ਹੈ ਜਿੱਥੇ ਲੈਂਡ ਤੇ ਵਾਟਰ ਇਹ ਆਪਸ ਚ ਆ ਕੇ ਮਿਲਦੇ ਨੇ, ਜਿਹਨੂੰ ਆਪਾਂ ਕੋਸਟਲ ਏਰੀਆ ਕਹਿ ਦਿੰਦੇ ਹਾਂ। ਸੋ ਨੈਕਸਟ ਹੁਣ ਆਪਾਂ ਪੜਾਂਗੇ ਫਿਜ਼ੀਓਗ੍ਰਾਫੀ। ਨਾਓ ਵੀ ਆਰ ਡਨ ਵਿਦ ਲੋਕੇਸ਼ਨ। ਆਪਾਂ ਨੂੰ ਪਤਾ ਚੱਲ ਗਏ ਮੇਨ ਫੈਕਟਸ ਜੋ ਐਗਜ਼ਾਮ ਦੇ ਲਈ ਜ਼ਰੂਰੀ ਨੇ। ਈਸਟਰਨ ਤੇ ਜਿਹੜਾ ਵੈਸਟ ਕੋਸਟ ਵਾਲਾ ਮੈਂ ਤੁਹਾਨੂੰ ਕਰਵਾਇਆ, ਅਲੱਗ-ਅਲੱਗ ਉਹਨਾਂ ਦੀ ਫਰਦਰ ਕੈਟੇਗਰਾਈਜ਼ੇਸ਼ਨਸ, ਉਹ ਵੀ ਤੁਸੀਂ ਜ਼ਰੂਰ ਪੇਪਰ 'ਚ ਯਾਦ ਰੱਖਣੀ ਹੈ। ਫਿਜ਼ੀਓਗ੍ਰਾਫੀ ਦਾ ਮਤਲਬ ਕੀ ਹੈ? ਫਿਜ਼ੀਓਗ੍ਰਾਫੀ ਦਾ ਮਤਲਬ ਹੈ ਇੱਕ ਇਹੋ ਜਿਹਾ ਏਰੀਆ ਜਿਹੜਾ ਹੌਲੀ-ਹੌਲੀ ਕਾਫੀ ਸਾਲਾਂ ਤੋਂ ਕੁਝ ਸਟਰਕਚਰ, ਕੁਝ ਪ੍ਰੋਸੈਸ ਤੇ ਕੁਝ ਸਟੇਜਾਂ ਲੰਘ ਕੇ ਡਿਵੈਲਪਮੈਂਟ ਦੀਆਂ ਆਪਣੇ ਸਾਹਮਣੇ ਆਇਆ। ਵੈਸੇ ਜੇ ਆਪਾਂ ਫਿਜ਼ੀਓਗ੍ਰਾਫੀ ਦੀ ਗੱਲ ਕਰੀਏ ਤਾਂ ਇਹਨੂੰ ਪੰਜਾਬੀ ਦੇ ਵਿੱਚ ਭੌਤਿਕ ਵਿਗਿਆਨ ਕਿਹਾ ਜਾਂਦਾ, ਪਰ ਉਰੇ ਤੁਸੀਂ ਸਮਝੋ ਕਿ ਫਿਜ਼ੀਓਗ੍ਰਾਫੀ ਦਾ ਮਤਲਬ ਹੈ ਫਿਜ਼ੀਕਲੀ। ਜਦੋਂ ਆਪਾਂ ਆਪਣੇ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਉੱਥੇ ਫਿਜ਼ੀਕਲੀ ਕਿਸ ਟਾਈਪ ਦੀ ਏਰੀਆ ਹੈ, ਜਗ੍ਹਾ ਕਿਵੇਂ ਦੀ ਹੈ, ਉੱਥੇ ਪਹਾੜ ਨੇ, ਪਲੇਨ ਏਰੀਆ ਹੈ ਜਾਂ ਡੈਜ਼ਰਟ ਏਰੀਆ ਹੈ। ਸੋ ਫਿਜ਼ੀਓਗ੍ਰਾਫੀ ਦੇ ਵਿੱਚ ਆਪਾਂ ਉਹ ਸਾਰੀਆਂ ਚੀਜ਼ਾਂ ਪੜ੍ਹਦੇ ਹਾਂ ਜਿਹਦੇ ਤੋਂ ਆਪਾਂ ਨੂੰ ਇਹ ਪਤਾ ਚੱਲੇ ਕਿ ਜਿਹੜੀ ਧਰਤੀ ਦੇ ਉੱਤੇ
कोई कंट्री दे जिवें हुण आपां स्पैसिफिक इंडिया दी गल कर रहे हां कि उस कंट्री दा एरिया किहो जिहा है जिथे लोग रहिंदे ने ਉਹਦੀ ਫਿਜ਼ੀਕਲ ਲੋਕੇਸ਼ਨ ਕਿਵੇਂ ਦੀ ਆ ਉਹ ਦਿਖਦਾ ਕਿਵੇਂ ਦਾ ਸੋ ਉਹਦੇ ਲਈ ਆਪਾਂ ਇਹਨੂੰ ਡਿਵਾਈਡ ਕਰਾਂਗੇ ਭਾਰਤ ਦੇ ਏਰੀਆ ਨੂੰ ਫਿਜ਼ੀਓਗ੍ਰਾਫਿਕ ਡਿਵੀਜ਼ਨ ਦੇ ਆਧਾਰ ਉੱਤੇ 6 ਕੈਟਾਗਰੀਜ਼ ਦੇ ਅੰਦਰ ਸੋ ਭਾਰਤ ਦੇ ਅੰਦਰ ਆਪਾਂ ਨੂੰ ਪਹਾੜ ਦਿਖਣਗੇ ਪਲੇਨ ਏਰੀਆ ਦਿਖੂਗਾ ਪਲੈਟਿਊਜ਼ ਹੋਣਗੇ ਕਿਤੇ ਕਿਤੇ ਆਪਾਂ ਨੂੰ ਡੈਜ਼ਰਟ ਵੀ ਦਿਖਦੇ ਨੇ ਦੈਨ ਕੋਸਟਲ ਪਲੇਨ ਦਿਖਦੇ ਨੇ ਸਮੁੰਦਰ ਦੇ ਨਾਲ ਲੱਗਦੇ ਇਲਾਕੇ ਦਿਖਦੇ ਨੇ ਤੇ ਕਿਤੇ ਆਪਾਂ ਨੂੰ ਛੋਟੇ ਛੋਟੇ ਟਾਪੂ ਵੀ ਮਿਲਦੇ ਨੇ ਜਿਨ੍ਹਾਂ ਨੂੰ ਆਪਾਂ ਆਈਲੈਂਡਸ ਕਹਿ ਦਿੰਦੇ ਆ ਸੋ ਇਹ 6 ਆਪਾਂ ਜਿਹੜੀਆਂ ਕੈਟਾਗਰੀਜ਼ ਨੇ ਫਿਜ਼ੀਓਗ੍ਰਾਫੀ ਦੀਆਂ ਇੰਡੀਆ ਦੀਆਂ ਅੱਜ ਆਪਾਂ ਪੂਰੀ ਡਿਟੇਲ ਚ ਕਵਰ ਕਰਾਂਗੇ ਸਟਾਰਟਿੰਗ ਵਿਦ ਨਾਰਥ ਐਂਡ ਨਾਰਥ ਈਸਟਰਨ ਹਿਮਾਲਿਆ ਜਿਹੜੀ ਫਿਜ਼ੀਕਲ ਫੀਚਰ ਹੈ ਨਾਰਥ ਤੇ ਨਾਰਥ ਈਸਟਰਨ ਹਿਮਾਲਿਆ ਦੀ ਇਹ ਜਿਹੜੇ ਪਹਾੜੀਆਂ ਨੇ ਇਹ ਕਿਵੇਂ ਆਈਆਂ ਨੇ ਇਹਦਾ ਰਿਜ਼ਲਟ ਕੀ ਹੈ ਇਹਦਾ ਰਿਜ਼ਲਟ ਹੈ ਬਹੁਤ ਸਾਲਾਂ ਤੋਂ ਜਿਹੜੀ ਧਰਤੀ ਦੇ ਨੀਚੇ ਹਲਚਲ ਹੁੰਦੀ ਸੀ ਜਿਹਨੂੰ ਆਪਾਂ ਪਲੇਟ ਟੈਕਟੋਨਿਕਸ ਕਹਿ ਦਿੰਦੇ ਆ ਇਹ ਪ੍ਰੀਜ਼ਿਊਮ ਕੀਤਾ ਜਾਂਦਾ ਹੈ ਕਿ ਧਰਤੀ ਦੇ ਅੰਦਰ ਕੁਝ ਇਹੋ ਜਿਹੀਆਂ ਪਲੇਟਸ ਨੇ ਜਿਹੜੀਆਂ ਬਹੁਤ ਸਾਲਾਂ ਤੋਂ ਅਲੱਗ-ਅਲੱਗ ਜਦੋਂ ਸਟੇजेस ਤੋਂ ਨਿਕਲਦੀ ਆਈ ਹੈ ਡਿਵੈਲਪਮੈਂਟ ਹੋਈ ਹੈ ਧਰਤੀ ਦੀ ਤਾਂ ਆਪਸ ਟਕਰਾਈਆਂ ਤੇ ਉਹ ਟਕਰਾ ਕੇ ਬਹੁਤ ਹੀ ਵੱਡੇ ਹਿਊਜ ਅਲੱਗ-ਅਲੱਗ ਕੈਟਾਗਰੀਜ਼ ਦੇ ਮਾਊਂਟੇਨ ਦੇ ਵਿੱਚ ਬਦਲ ਗਈਆਂ ਸੋ ਪਲੇਟ ਟੈਕਟੋਨਿਕ ਥਿਊਰੀ ਨੇ ਧਰਤੀ ਨੂੰ ਅਲੱਗ-ਅਲੱਗ ਪਲੈਟਿਊਜ਼ ਦੇ ਵਿੱਚ ਵੰਡਤਾ formation of Himalaya and northeastern mountain is due to conversion of two plates this is very important ਜਿਹੜੀਆਂ ਦੋ ਪਲੇਟ ਸੀ ਇੱਕ ਸੀ ਯੂਰੇਸ਼ੀਆ ਦੀ ਪਲੇਟ ਜਿਹੜੀ ਨਾਰਥ ਆਫ ਹਿਮਾਲਿਆ ਦੂਜੀ ਸੀ ਗੋਂਡਵਾਨਾ ਇਹ ਦੋਨੋਂ ਜਦੋਂ ਆਪਸ ਦੇ ਵਿੱਚ ਟਕਰਾਈਆਂ ਤਾਂ ਉਹਦੇ ਤੋਂ ਜਿਹੜੀਆਂ ਭਾਰਤ ਦੇ ਅੰਦਰ ਨਾਰਥ ਤੇ ਨਾਰਥ ਈਸਟਰਨ ਵਾਲੀਆਂ ਪਹਾੜੀਆਂ ਨੇ ਉਹ ਨਿਕਲ ਕੇ ਆਈਆਂ ਨੇ ਸੋ ਇਹ ਦੋ ਨਾਮ ਤੁਸੀਂ ਯਾਦ ਰੱਖਣੇ ਨੇ ਕਿ ਪਲੇਟ ਟੈਕਟੋਨਿਕ ਥਿਊਰੀ ਦੇ ਅੰਦਰ ਜਦੋਂ ਧਰਤੀ ਦੀਆਂ ਪਲੇਟਾਂ ਟਕਰਾਈਆਂ ਆਪਸ ਦੇ ਵਿੱਚ ਕਨਵਰਜ ਹੋਈਆਂ ਤਾਂ ਕਿਹੜੀਆਂ ਦੋ ਪਲੇਟ ਸੀ ਜਿਨ੍ਹਾਂ ਤੋਂ ਨਾਰਥ ਤੇ ਨਾਰਥ ਈਸਟਰਨ ਹਿਮਾਲਿਆਸ ਦੀ ਡਿਵੈਲਪਮੈਂਟ ਹੋਈ ਹੁਣ ਆਪਾਂ ਵਨ ਬਾय ਵਨ ਦੇਖਾਂਗੇ ਇਹਨਾਂ ਮਾਊਂਟੇਨਸ ਨੂੰ ਫਰਸਟਲੀ ਲੈਟਸ ਟਾਕ ਅਬਾਊਟ ਹਿਮਾਲਿਅਨ ਮਾਊਂਟੇਨਸ ਜਿਹੜੇ ਹਿਮਾਲਿਅਨ ਮਾਊਂਟੇਨਸ ਨੇ ਇਹ ਕਾਫੀ ਯੰਗ ਨੇ ਯੰਗ ਦਾ ਉਰੇ ਮਤਲਬ ਹੈ ਕਿ ਥੋੜੇ ਸਮੇਂ ਪਹਿਲਾਂ ਹੀ ਥੋੜੇ ਸਾਲ ਪਹਿਲਾਂ ਹੀ ਇਹ ਡਿਵੈਲਪ ਹੋਏ ਨੇ ਇਸ ਲਈ ਇਹਨਾਂ ਨੂੰ ਯੰਗ ਤੇ ਸਟਰਕਚਰਲੀ ਫੋਲਡਡ ਮਾਊਂਟੇਨ ਕਿਹਾ ਜਾਂਦਾ ਹੈ ਡਾਇਰੈਕਟਲੀ ਪੇਪਰ ਚ ਐਮਸੀਕਿਊ ਬਣ ਕੇ ਆਂਦਾ ਕਿ ਕਿਹੜੇ ਮਾਊਂਟੇਨਸ ਨੂੰ ਯੰਗ ਫੋਲਡ ਮਾਊਂਟੇਨ ਕਿਹਾ ਜਾਂਦਾ ਹੈ ਜੇ ਆਪਾਂ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਇਹ ਨਾਰਥ ਬਾਰਡਰ ਹੈ ਜਿਹੜਾ ਭਾਰਤ ਦਾ ਵੈਸਟ ਈਸਟ ਡਾਇਰੈਕਸ਼ਨ ਦੇ ਵਿੱਚ ਉਹਨੂੰ ਕਵਰ ਕਰਦੇ ਨੇ ਜਿਹੜਾ ਉੱਪਰਲਾ ਨਾਰਥ ਵਾਲਾ ਬਾਰਡਰ ਹੈ ਫਰਮ ਇੰਦਸ ਟੂ ਬ੍ਰਹਮਪੁੱਤਰ ਰਿਵਰ ਇਹ ਦੋ ਰਿਵਰਸ ਦੇ ਵੀ ਨਾਮ ਤੁਸੀਂ ਯਾਦ ਰੱਖਣੇ ਆ ਫਿਰ ਆਉਂਦੇ ਆ ਅਰੁਣਾਚਲ ਵਾਲੇ ਹਿਮਾਲਿਆਸ East Bhutan Himalaya up to Difu Pass in east, in southwest, northeast, west direction. एक important चीज तुझे याद रखनी है ਜਿਹੜੀਆਂ mountain peaks ਨੇ ਕਾਂਗਟੂ ਨਾਮਚਾ ਬਾਰਵਾ ਇਹਨਾਂ ਨੂੰ ਕੋਈ fast flowing rivers ਉਰੇ ਬਹਿੰਦੀਆਂ ਨੇ ਜਿਹੜੀਆਂ ਆਪਸ ਦੇ ਵਿੱਚ ਡਾਇਸੈਕਟ ਕਰ ਦਿੰਦੀਆਂ ਨੇ ਇਹਨਾਂ ਨੂੰ ਤੋੜ ਦਿੰਦੀਆਂ ਨੇ ਜਿਹਦੇ ਕਰਕੇ ਛੋਟੇ ਛੋਟੇ ਅਲੱਗ-ਅਲੱਗ ਜਗ੍ਹਾ ਤੇ ਡੀਪ ਜੌਰਜਸ ਬਣ ਜਾਂਦੇ ਨੇ ਸੋ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ Brahmaputra flow through deep gorge after crossing Namcha Barwa. ਉੱਥੇ Brahmaputra flow ਕਰਦੀ ਹੈ some of important rivers Kameng, Subansiri, Dihang, Lohit ਇਹ ਵੀ ਬਹੁਤ ਵਾਰੀ ਪੇਪਰ 'ਚ ਕੁਐਸਚਨ ਆਉਂਦਾ ਕਿ ਇਹ ਰਿਵਰਸ ਕਿਹੜੀ ਹਿਮਾਲਿਆ ਵਾਲੇ ਰੀਜਨ 'ਚ ਨੇ ਸੋ ਤੁਸੀਂ ਯਾਦ ਰੱਖਣਾ ਹੈ ਕਾਫੀ ਵਾਰੀ ਸਟੂਡੈਂਟ ਇਹ ਨਾਮ ਨੂੰ ਕਨਫਿਊਜ਼ ਕਰਦੇ ਨੇ ਸਿੱਕਿਮ ਵਾਲੇ ਨਾਲ ਸੋ ਸਿੱਕਿਮ ਨਹੀਂ ਇਹ ਅਰੁਣਾਚਲ ਵਾਲੇ ਹਿਮਾਲਿਆਸ 'ਚ ਹੈ ਸੋ ਇਹਨੂੰ ਤੁਸੀਂ ਅਲੱਗ ਤੋਂ ਯਾਦ ਰੱਖਣਾ ਹੈ ਤੇ ਉਰੇ ਕੁਝ ਇੰਪੋਰਟੈਂਟ ਐਥਨਿਕ ਟ੍ਰਾਈਬਸ ਵੀ ਰਹਿੰਦੇ ਨੇ ਮੋਂਪਾ ਹੋ ਗਿਆ ਡਫਲਾ ਅਬੋਰ ਮਿਸ਼ਮੀ ਨੀਸ਼ੀ ਨਾਗਾਸ ਇਹ ਟ੍ਰਾਈਬਸ ਦੇ ਨਾਮ ਪੇਪਰ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਡਾਇਰੈਕਟਲੀ ਉੱਥੇ ਤੁਹਾਨੂੰ ਕਰੈਕਟ ਇਨਕਰੈਕਟ ਮੈਚ ਦ ਫੋਲੋਇੰਗ ਇਸ ਤਰੀਕੇ ਦੇ ਕੁਐਸਚਨ ਵੀ ਆ ਸਕਦੇ ਨੇ ਟ੍ਰਾਈਬਸ ਦੇ ਵਿੱਚੋਂ ਉਸ ਤੋਂ ਬਾਅਦ ਹੈ ਈਸਟਰਨ ਹਿਲਸ ਜਿਹੜੇ ਈਸਟਰਨ ਵਾਲੀਆਂ ਪਹਾੜੀਆਂ ਨੇ ਇਹ ਜਿਵੇਂ ਮਨੀਪੁਰ ਮਿਜ਼ੋਰਮ ਜਿਹੜਾ ਭਾਰਤ ਦਾ ਇਹ ਬਿਲਕੁਲ ਈਸਟ ਵਾਲਾ ਹਿੱਸਾ ਹੈ ਉਰੇ ਵਾਲੀਆਂ ਸਟੇਟਸ ਪਾਏ ਜਾਂਦੇ ਆ ਲੋਕਲ ਨੇਮ ਇਹਨਾਂ ਪਹਾੜੀਆਂ ਦੇ ਕੁਝ ਅਲੱਗ-ਅਲੱਗ ਲੋਕਲ ਨੇਮ ਨੇ ਜਿਵੇਂ ਪਟਕਾਏ ਬਮ ਨਾਗਾ ਹਿਲਸ ਮਨੀਪੁਰ ਹਿਲ ਸਾਊਥ ਵਿੱਚ ਮੀਜ਼ੋ ਤੇ ਲੁਸ਼ਾਈ ਹਿਲਸ ਨੇ ਇਹ ਬਹੁਤ ਇੰਪੋਰਟੈਂਟ ਨਾਮ ਨੇ ਇੱਕ ਇਹ ਟ੍ਰਾਈਬਸ ਹੋ ਗਏ ਦੂਜੇ ਇਹ ਹਿਲਸ ਦੇ ਨਾਮ ਜੋ ਤੁਸੀਂ ਪੇਪਰ ਲਈ ਯਾਦ ਰੱਖਣੇ ਆ ਇੱਕ ਬਹੁਤ ਵੱਡੀ ਲੇਕ ਉਰੇ ਪਾਈ ਜਾਂਦੀ ਹੈ ਮਨੀਪੁਰ ਵਿੱਚ which is very famous ਆਲੇ ਦੁਆਲੇ ਚਾਰੋਂ ਪਾਸੋਂ ਆਲਮੋਸਟ ਮਾਊਂਟੇਨਸ ਦੇ ਨਾਲ ਸਰਾਊਂਡਡ ਹੈ ਉਹਦਾ ਨਾਮ ਹੈ ਲੋਕਟਾਕ ਲੇਕ very important ਸੋ ਇਹ ਸਿਚੁਏਟਡ ਹੈ ਮਨੀਪੁਰ ਵਿੱਚ ਤੇ ਰੀਜਨ ਕਿਹੜਾ ਹੈ ਈਸਟਰਨ ਹਿਲਸ ਤੇ ਮਾਊਂਟੇਨ ਵਾਲਾ this you have to remember for exam next ਹੈ ਨਾਰਥ ਈਸਟਰਨ ਪਲੇਟੂ ਹੁਣ ਆਪਾਂ ਨੇ ਨੀਚੇ ਵਾਲਾ ਪਾਰਟ ਕਰ ਲਿਆ ਪੈਨਿਨਸੂਲਰ ਪਲੇਟੂ ਦਾ ਵਿਚਕਾਰ ਵਾਲਾ ਕਰ ਲਿਆ ਨਾਓ
will talk about this area, Northeastern Plateau. This has been separated due to northeastward movement of Indian plain at the time of Himalayan origin. Huge fault was created between Rajmahal Hills and Meghalaya Plateau. Today, Meghalaya and Karbi Anglong Plateau stand detached from the main peninsular plateau. ਜਿਹੜਾ ਇਹ ਵਾਲਾ ਏਰੀਆ ਹੈ ਮੇਘਾਲਿਆ ਤੇ ਕਾਰਬੀ ਵਾਲੇ ਪਲੇਟੂ ਦਾ, ਇਹ ਬਾਕੀ ਜਿਹੜਾ ਪੂਰਾ ਪੈਨਿਨਸੂਲਰ ਪਲੇਟੂ ਦਾ ਹਿੱਸਾ ਹੈ ਉਹਦੇ ਨਾਲੋਂ ਬਿਲਕੁਲ ਹੀ ਅਲੱਗ ਹੋਇਆ ਹੋਇਆ ਹੈ, ਡਿਟੈਚ ਹੋਇਆ ਹੋਇਆ। ਮੇਘਾਲਿਆ ਪਲੇਟੂ ਫਰਦਰ ਤਿੰਨ ਤਰ੍ਹਾਂ ਦੀਆਂ ਹਿਲਸ ਵਿੱਚ ਡਿਵਾਈਡਡ ਹੈ। ਜਿਹੜਾ ਇਹ ਮੇਘਾਲਿਆ ਵਾਲਾ ਪਲੇਟੂ ਹੈ ਉਰੇ ਇਹ ਤਿੰਨ ਛੋਟੀਆਂ ਛੋਟੀਆਂ ਪਹਾੜੀਆਂ ਦੇਖਣ ਨੂੰ ਮਿਲਦੀਆਂ ਨੇ, ਗਾਰੋ, ਖਾਸੀ, ਜਯੰਤਿਆ ਹਿਲਸ, and this is very important and most repetitive question in exam। ਮੇਘਾਲਿਆ ਪਲੇਟੂ ਵਿੱਚ ਬਹੁਤ ਸਾਰੇ ਮਿਨਰਲ ਮਿਲਦੇ ਨੇ ਜਿਵੇਂ ਕੋਲ, ਆਇਰਨ ਔਰ ਲਾਈਮਸਟੋਨ ਹੋ ਗਿਆ, ਯੂਰੇਨੀਅਮ। This area receive maximum rainfall from south west monsoon। ਇਹ ਵੀ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ। ਹੁਣ ਨੈਕਸਟ ਫਿਜ਼ੀਓਗ੍ਰਾਫੀ ਦੇ ਵਿੱਚ ਆ ਜਾਂਦਾ ਹੈ ਇੰਡੀਅਨ ਡੈਜ਼ਰਟ। ਆਪਾਂ ਨੇ ਹਿਮਾਲਿਆਸ ਦੇਖ ਲਏ, ਉਹਨਾਂ ਦੀ ਸਾਰੀਆਂ ਫਰਦਰ ਕੈਟਾਗਰੀਜ਼ ਦੇਖ ਲਿਆ, ਆਪਾਂ ਨੇ ਪਲੇਟਿਊਜ਼ ਦੇਖ ਲਏ। ਹੁਣ ਆਪਾਂ ਗੱਲ ਕਰ ਰਹੇ ਹਾਂ ਡੈਜ਼ਰਟ ਦੀ। ਸਿੰਪਲ ਪੰਜਾਬੀ ਜੇ ਆਪਾਂ ਭਾਸ਼ਾ ਦੀ ਗੱਲ ਕਰੀਏ ਤਾਂ ਡੈਜ਼ਰਟ ਨੂੰ ਆਪਾਂ ਮਾਰੂਥਲ ਕਹਿੰਦੇ ਆ। They are the extension of peninsular plateau ਪਰ extreme arid condition, ਸੁੱਕੀ ਕੰਡੀਸ਼ਨ ਕਰਕੇ ਜਿਹੜਾ ਸਰਫੇਸ ਫੀਚਰ ਹੈ ਉਹ ਫਿਜ਼ੀਕਲ ਵੈਦਰਿੰਗ ਦੇ ਨਾਲ ਉੱਡ ਜਾਂਦਾ, ਵਿੰਡ ਐਕਸ਼ਨ ਹੁੰਦੀ ਹੈ, ਕਾਫੀ ਸੈਂਡੀ ਏਰੀਆ ਹੁੰਦਾ, ਜਾਂ ਫਿਰ ਜਿੱਥੇ ਸੈਂਡ ਨਹੀਂ ਆ ਉੱਥੇ ਬਿਲਕੁਲ ਤੁਹਾਨੂੰ ਬੰਜਰ ਏਰੀਆ ਦੇਖਣ ਨੂੰ ਮਿਲੂਗਾ, ਕੋਈ ਪ੍ਰੋਡਕਟਿਵਿਟੀ ਨਹੀਂ, ਕੁਛ ਨਹੀਂ। ਸੋ ਇੰਡੀਅਨ ਡੈਜ਼ਰਟ ਲੋਕੇਸ਼ਨ ਦੀ ਗੱਲ ਜੇ ਆਪਾਂ ਕਰੀਏ ਤਾਂ ਅਰਾਵਲੀ ਹਿਲਸ ਦੇ ਨਾਰਥ ਵੈਸਟ ਵਿੱਚ ਲੋਕੇਟਡ ਹੈ, ਲਾਈਜ਼ ਦ ਗ੍ਰੇਟ ਇੰਡੀਅਨ ਡੈਜ਼ਰਟ। ਅਰਾਵਲੀ ਹਿਲਸ ਦਾ ਏਰੀਆ ਜਿਹੜਾ ਦਿੱਲੀ ਐਨਸੀਆਰ ਦੇ ਨਾਲ ਲੱਗਦਾ ਹੈ। ਸੋ ਉਹਦੇ ਤੋਂ ਜੇ ਤੁਸੀਂ ਨਾਰਥ ਵੈਸਟ ਵੱਲ ਨੂੰ ਜਾਓਗੇ ਤਾਂ ਉੱਥੇ ਤੁਹਾਨੂੰ ਇਸ ਡਾਇਰੈਕਸ਼ਨ ਦੇ ਵਿੱਚ ਮਿਲੂਗਾ ਅਰਾਵਲੀ ਹਿਲਸ ਤੋਂ ਗ੍ਰੇਟ ਇੰਡੀਅਨ ਡੈਜ਼ਰਟ। This is a land of undulating topography dotted with longitudinal dunes, bar chains। It has arid climate, काफी सुक्का climate है, low vegetation है, rainfall नहीं है, इन्हें मारुस्थली किया जाता है। This can be corroborated by evidence available at Wood Fossil Park at Akal and marine deposit around Bramsar near Jaisalmer। So केड़ी उरे गल दी evidence दी गल हो रही है, जेड़ा desert है ਇੰਡੀਅਨ ਦਾ ਡੈਜ਼ਰਟ ਹੈ, ਇਹ ਗ੍ਰੇਟ ਇੰਡੀਅਨ ਡੈਜ਼ਰਟ, ਇਹ ਮੰਨਿਆ ਜਾਂਦਾ ਕਿ ਕਿਸੇ ਜ਼ਮਾਨੇ ਦੇ ਵਿੱਚ ਇਹ ਏਰੀਆ ਸਮੁੰਦਰ ਦੇ ਨੀਚੇ ਹੁੰਦਾ ਸੀ, ਸੀ ਦੇ ਅੰਦਰ, ਤੇ ਇਸ ਚੀਜ਼ ਦਾ ਆਪਾਂ ਨੂੰ ਐਵੀਡੈਂਸ ਮਿਲ ਰਿਹਾ ਹੈ ਫੋਸਿਲ ਪਾਰਕ ਅਕਾਲ ਤੋਂ ਤੇ ਨਾਲ ਮੈਰੀਨ ਡਿਪੋਜ਼ਿਟ ਜਿਹੜੇ ਬ੍ਰਹਮਸਰ ਜੈਸਲਮੇਰ ਦੇ ਨੇੜੇ ਮਿਲਦੇ ਨੇ। ਡੈਜ਼ਰਟ ਲੈਂਡ ਫੀਚਰਸ ਮਸ਼ਰੂਮ ਰੌਕਸ ਮਿਲਣਗੇ, ਸ਼ਿਫਟਿੰਗ ਡਿਊਨ ਮਿਲਣਗੇ, ਮੋਸਟਲੀ ਜਿਹੜਾ ਸਾਊਥ ਵਾਲਾ ਪਾਰਟ ਹੈ ਉੱਥੇ ਤੁਹਾਨੂੰ ਓਏਸਿਸ ਮਿਲਣਗੇ। ਡੂਨ ਦਾ ਮਤਲਬ ਹੈ ਟਿੱਬੇ। ਸੋ ਜਿਹੜਾ ਇਹ ਡੈਜ਼ਰਟ ਵਾਲਾ ਏਰੀਆ ਉਰੇ ਸੈਂਡ ਹੋਊਗੀ, ਦੈਨ ਟਿੱਬੇ ਹੋਣਗੇ ਤੇ ਕਾਫੀ ਏਰੀਆ ਹੋਊਗਾ ਉਰੇ ਐਰਿਡ, ਬਿਲਕੁਲ ਸੁੱਕਾ। ਅਗਲਾ ਆ ਗਿਆ ਫਿਜ਼ੀਓਗ੍ਰਾਫੀ ਦੇ ਅੰਦਰ ਆਈਲੈਂਡ। ਭਾਰਤ ਦੀ ਜੇ ਗੱਲ ਕਰੀਏ ਛੋਟੇ ਛੋਟੇ ਟਾਪੂ ਵੀ ਉਰੇ ਦੇਖਣ ਨੂੰ ਮਿਲਦੇ ਨੇ। ਦੋ ਮੇਨ ਵੱਡੇ ਆਈਲੈਂਡ ਗਰੁੱਪਸ ਨੇ ਭਾਰਤ ਦੇ ਅੰਦਰ, ਇੱਕ ਹੈ ਬੇ ਆਫ ਬੰਗਾਲ ਦੇ ਨਾਲ, ਦੂਜਾ ਹੈ ਅਰੇਬੀਅਨ। ਮੇਜਰ ਆਈਲੈਂਡ ਗਰੁੱਪਸ ਆਫ ਇੰਡੀਆ ਆਰ ਅੰਡੇਮਾਨ ਐਂਡ ਨਿਕੋਬਾਰ, ਆਰਕੀਪਲੇਗੋ ਦਾ ਮਤਲਬ ਹੁੰਦਾ ਹੈ ਜਦੋਂ ਛੋਟੇ ਛੋਟੇ ਆਈਲੈਂਡ ਇੱਕ ਹੀ ਸੇਮ ਏਰੀਆ ਦੇ ਵਿੱਚ ਆਪਾਂ ਨੂੰ ਮਿਲਦੇ ਨੇ, ਸੋ ਉਹਨਾਂ ਨੂੰ ਇਕੱਠੇ ਆਪਾਂ ਇੱਕ ਵਰਡ ਯੂਜ਼ ਕਰਦੇ ਹਾਂ ਆਰਕੀਪਲੇਗੋ। ਤੇ ਇਹ ਅੰਡੇਮਾਨ ਐਂਡ ਨਿਕੋਬਾਰ ਹੈ, ਇਹ ਚੀਜ਼ਾਂ ਤੁਸੀਂ ਨਾਲ ਦੇ ਨਾਲ ਉਰੇ ਯਾਦ ਕਰੀ ਜਾਣਾ, ਬੇ ਆਫ ਬੰਗਾਲ। ਤੇ ਜਿਹੜਾ ਲਕਸ਼ਦੀਪ ਆਈਲੈਂਡਸ ਨੇ ਦੂਜੇ, ਇਹ ਨੇ ਅਰੇਬੀਅਨ ਸੀ ਵਾਲੀ ਸਾਈਡ। ਪਹਿਲਾਂ ਤੁਸੀਂ ਇਹ ਯਾਦ ਰੱਖੋ। ਅੰਡੇਮਾਨ ਨਿਕੋਬਾਰ ਆਈਲੈਂਡ ਕਿਵੇਂ ਫਾਰਮ ਕੀਤੇ ਗਏ ਸੀ, ਜਦੋਂ ਇੰਡੀਆ ਦੀ ਪਲੇਟ ਦੇ ਨਾਲ ਬਰਮਾ ਦੀ ਛੋਟੀ ਪਲੇਟ ਜਿਹੜੀ ਸੇਮ ਹਿਮਾਲਿਆਸ ਦੀ ਫਾਰਮੇਸ਼ਨ ਦੇ ਵਿੱਚ ਲੱਗੀ ਸੀ, ਦੋਨੋਂ ਆਪਸ ਜਦੋਂ ਟਕਰਾਈਆਂ ਤਾਂ ਨਿਕੋਬਾਰ ਆਈਲੈਂਡ ਨਿਕਲ ਆਇਆ। ਸਾਊਥਵਰਡ ਐਕਸਟੈਂਸ਼ਨ ਹੈ ਅਰਾਕਲਨਯੋਮਾ ਰੇਂਜ ਦੀ। ਦੈਨ ਅੰਡੇਮਾਨ ਆਈਲੈਂਡ ਆਰ ਡਿਵਾਈਡਡ ਇਨਟੂ 3 ਮੇਨ ਆਈਲੈਂਡ, ਨਾਰਥ, ਮਿਡਲ, ਸਾਊਥ। ਡੰਕਨ ਪੈਸੇਜ ਸੈਪਰੇਟ ਕਰਦਾ ਲਿਟਲ ਤੋਂ ਸਾਊਥ ਅੰਡੇਮਾਨ ਨੂੰ। ਗ੍ਰੇਟ ਅੰਡੇਮਾਨ ਗਰੁੱਪ ਆਫ ਆਈਲੈਂਡ ਇਜ਼ ਇਨ ਦ ਨਾਰਥ ਤੇ ਇਹਨੂੰ ਸੈਪਰੇਟ ਕੀਤਾ ਜਾਂਦਾ 10 ਡਿਗਰੀ ਚੈਨਲ ਦੇ ਨਾਲ ਨਿਕੋਬਾਰ ਗਰੁੱਪ ਤੋਂ, ਜਿਹੜਾ ਸਾਊਥ ਵਿੱਚ ਹੈ। ਪੋਰਟ ਬਲੇਅਰ ਅੰਡੇਮਾਨ ਨਿਕੋਬਾਰ ਆਈਲੈਂਡ ਦੀ ਕੈਪੀਟਲ ਹੈ, ਸਾਊਥ ਅੰਡੇਮਾਨ ਵਿੱਚ ਪ੍ਰੈਜ਼ੈਂਟ ਹੈ। ਇਹ ਜਿਹੜੇ ਲਾਸਟ ਤਿੰਨ ਮੈਂ ਤੁਹਾਨੂੰ ਫੈਕਟ ਕਰਵਾਏ ਨੇ, ਇਹਨਾਂ ਉੱਤੇ ਪੇਪਰਸ ਡੈਫੀਨੇਟਲੀ ਕੁਐਸਚਨ ਐਕਸਪੈਕਟ ਕਰ ਸਕਦੇ ਹਾਂ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਕੁਝ ਇੰਪੋਰਟੈਂਟ ਮਾਊਂਟੇਨ ਪੀਕਸ ਵੀ ਪਾਈਆਂ ਜਾਂਦੀਆਂ ਨੇ ਅੰਡੇਮਾਨ ਨਿਕੋਬਾਰ ਆਈਲੈਂਡਸ, ਸੈਡਲ ਪੀਕ, ਮਾਊਂਟ ਡਿਆਵਲੋ, ਮਾਊਂਟ ਕੋਕ, ਮਾਊਂਟ ਥੁਇਲਰ।
ਸੈਡਲ ਪੀਕ ਇਜ਼ ਵੈਰੀ ਵੈਰੀ ਇੰਪੋਰਟੈਂਟ, ਨਾਰਥ ਅੰਡੇਮਾਨ ਵਿੱਚ ਪਾਈ ਜਾਂਦੀ ਹੈ। ਇਹਨੂੰ ਤੁਸੀਂ ਡੈਫੀਨੇਟਲੀ ਪੇਪਰ ਲਈ ਯਾਦ ਰੱਖੋ। ਸੋ ਹੁਣ ਆਪਾਂ ਨੇ ਲੋਕੇਸ਼ਨ ਕਰ ਲਈ, ਫਿਜ਼ੀਓਗ੍ਰਾਫੀ ਕਰ ਲਈ। ਨੈਕਸਟ ਵੈਰੀ ਵੈਰੀ ਇੰਪੋਰਟੈਂਟ ਟੌਪਿਕ ਇਜ਼ ਆਫ ਡੈਮੋਗ੍ਰਾਫੀ। ਸੈਂਸਸ 2011 ਸਭ ਤੋਂ ਰੀਸੈਂਟ ਸੈਂਸਸ ਇਹੀ ਹੈ। ਇਹਦੇ ਮੁਤਾਬਿਕ ਆਪਾਂ ਡੈਮੋਗ੍ਰਾਫੀ ਕਰਦੇ ਹਾਂ, ਚਾਹੇ ਪੰਜਾਬ ਦੀ ਹੈ ਚਾਹੇ ਇੰਡੀਆ ਦੀ ਹੈ। ਟੋਟਲ ਪੋਪੂਲੇਸ਼ਨ ਕਿੰਨੀ ਹੈ? ਅਰਾਊਂਡ 1.38 ਬਿਲੀਅਨ ਹੈ ਇਸ ਟਾਈਮ। 2011 ਦੇ ਵਿੱਚ ਜੋ ਸੈਂਸਸ ਆਇਆ ਸੀ ਉਦੋਂ 1.22 ਮਿਲੀਅਨ ਲਿਖੀ ਸੀ। ਵਰਲਡ ਰੈਂਕ ਕਿੰਨਾ ਹੈ ਪੋਪੂਲੇਸ਼ਨ ਵਿੱਚ? ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਹੈ, ਜਨਸੰਖਿਆ ਹੈ ਭਾਰਤ ਦੇ ਅੰਦਰ। ਪਹਿਲੇ ਨੰਬਰ ਤੇ ਹੈ ਚਾਈਨਾ ਵਿੱਚ। ਪਰਸੈਂਟੇਜ ਆਫ ਵਰਲਡ ਪੋਪੂਲੇਸ਼ਨ, ਪੂਰੀ ਦੁਨੀਆ ਦੀ ਜਨਸੰਖਿਆ ਦੀ ਗੱਲ ਕਰੀਏ ਪੋਪੂਲੇਸ਼ਨ ਦੀ, ਤਾਂ ਉਹਦੇ ਚੋਂ ਭਾਰਤ ਦੇ ਵਿੱਚ 17.71% ਲੋਕ ਰਹਿੰਦੇ ਨੇ ਜਿੰਨੇ ਪੂਰੇ ਦੁਨੀਆ 'ਚ ਰਹਿੰਦੇ ਨੇ। ਸੋ ਪਰਸੈਂਟੇਜ ਤੁਸੀਂ ਯਾਦ ਰੱਖਣੀ ਹੈ। ਪੋਪੂਲੇਸ਼ਨ ਡੈਂਸਿਟੀ ਕੀ ਹੈ? ਸਕੁਆਇਰ ਕਿਲੋਮੀਟਰ ਏਰੀਆ ਦੇ ਵਿੱਚ ਕਿੰਨੇ ਲੋਕ ਐਵਰੇਜ ਰਹਿੰਦੇ ਨੇ? ਸੋ ਉਹ ਹੈ 464। ਗਰੋਥ ਰੇਟ ਹੈ 0.99%। ਮੀਡੀਅਨ ਏਜ ਟੋਟਲ ਹੈ 28.1, ਮੇਲ ਦੀ 27.5 ਤੇ ਫੀਮੇਲ ਦੀ 28.9। ਇਨਫੈਂਟ ਮੋਰਟੈਲਿਟੀ ਰੇਟ, ਲਾਈਵ ਬਰਥਸ ਤੇ ਕਿੰਨੀਆਂ ਡੈਥ ਹੁੰਦੀਆਂ ਨੇ? 1000 ਲਾਈਵ ਬਰਥ ਦੇ ਪਿੱਛੇ 26.6 ਡੈਥ। ਅੰਡਰ 5 ਮੋਰਟੈਲਿਟੀ ਰੇਟ 32.9 ਡੈਥ। ਲਾਈਫ ਐਕਸਪੈਕਟੈਂਸੀ ਕਿੰਨੀ ਹੈ ਬਰਥ ਦੇ ਟਾਈਮ? ਇਹ ਵੀ ਬਹੁਤ ਵਾਰੀ ਪੇਪਰ 'ਚ ਆਉਂਦਾ। ਸੋ ਟੋਟਲ ਹੈ 70.42 ਇਅਰਸ ਜਿਹੜੀ ਐਵਰੇਜ ਭਾਰਤ ਦੇ ਲੋਕ ਰਹਿੰਦੇ ਨੇ, ਜ਼ਿੰਦਾ ਰਹਿੰਦੇ ਨੇ। ਮੇਲਸ ਦੀ ਜ਼ਿਆਦਾਤਰ ਐਵਰੇਜ ਏਜ ਹੈ ਭਾਰਤ ਦੇ ਅੰਦਰ 69.2, ਫੀਮੇਲ ਦੀ ਹੈ 71.8। ਰੂਰਲ ਪੋਪੂਲੇਸ਼ਨ ਕਿੰਨੀ ਹੈ? ਪੇਂਡੂ ਜਨਸੰਖਿਆ ਹੈ ਭਾਰਤ ਦੇ ਅੰਦਰ 65% ਆਊਟ ਆਫ ਟੋਟਲ 1.38 ਬਿਲੀਅਨ। ਅਰਬਨ ਸ਼ਹਿਰੀ ਜਨਸੰਖਿਆ ਹੈ 35%।